ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣਾਈ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। चल रहे लड़ीवार प्रसंग धन धन श्री गुरु गोबिंद सिंह साहब जी महाराज जी दे अध्याय 24वें विच अज आपां गुरु जी द्वारा ज्योति जोत समाउण दा प्रसंग सरवण करांगे। आओ बड़े प्रेम नाल यह प्रसंग सरवण करिए। ਕੱਤਕ ਸ਼ੁੱਧੀ ਪੰਚਮੀ ਵੀਰਵਾਰ ਵਾਲੇ ਦਿਨ ਜਦ ਸਵੇਰ ਹੋਈ ਤਾਂ ਸਤਿਗੁਰੂ ਜੀ ਦਾ ਮੁਖੜਾ ਆਨੰਦ ਨਾਲ ਕਮਲ ਵਾਂਗ ਖਿੜ ਗਿਆ। ਬਾਣੀ ਰੂਪੀ ਸੁਗੰਧੀ ਨੂੰ ਲੈਣ ਵਾਸਤੇ ਹਜ਼ਾਰਾਂ ਮਨੁੱਖ ਰੂਪੀ ਭੌਰੇ ਸਤਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਸਨ। ਯੱਗ ਵਿੱਚ ਬਹੁਤ ਲੋਕ ਸੁਣ ਕੇ ਗਏ। ਉਹ ਬਾਹਰ ਜਾ ਕੇ ਹੋਰਨਾਂ ਨੂੰ ਵੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਦੱਸਦੇ ਸਨ। ਕਈ ਦਿਨ ਪਹਿਲਾਂ ਹੀ ਖਬਰ ਸੁਣਾ ਦਿੱਤੀ। ਹੁਣ ਮੁਕਤੀ ਦਾਤਾ ਪਰਲੋਕ ਜਾਣਗੇ। ਅੱਜ ਪੰਚਵੀਂ ਤਿਥੀ ਤੱਕ ਬੁਨਿਆਦ ਹੈ। ਸਾਰਾ ਸਮਾਨ ਅਤੇ ਸਮਾਜ ਇਕੱਠਾ ਕਰ ਲਿਆ ਹੈ। ਦੌੜ ਦੌੜ ਕੇ ਲੋਕ ਦਰਵਾਜ਼ੇ 'ਤੇ ਪਹੁੰਚ ਰਹੇ ਸਨ। ਹੁਣ ਸੋਢੀ ਸ਼੍ਰੋਮਣੀ ਦੇ ਦਰਸ਼ਨ ਕਰੋ, ਜਿਨ੍ਹਾਂ ਦੇ ਪਵਿੱਤਰ ਦਰਸ਼ਨ ਬੜੇ ਦੁਰਲਭ ਹਨ, ਜਿਨ੍ਹਾਂ ਦੇ ਚਰਨ ਪਰਸਨ ਨਾਲ 4 ਪਦਾਰਥ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਦੌੜ ਦੌੜ ਕੇ ਬਹੁਤ ਮਨੁੱਖ ਆ ਰਹੇ ਸਨ ਤੇ ਇਕੱਠੇ ਹੋ ਰਹੇ ਸਨ, ਜਿਨ੍ਹਾਂ ਵਿੱਚ ਜੋਗੀ, ਜਤੀ, ਬ੍ਰਹਮਚਾਰੀ, ਬੈਰਾਗੀ, ਭੇਖਧਾਰੀ, ਹਿੰਦੂ, ਤੁਰਕ, ਪੀਰ, ਫਕੀਰ ਸਾਰੇ ਸਾਧ ਆਏ। ਕਹਿੰਦੇ ਸਨ, ਧੰਨ ਧੰਨ ਪੂਰਨ ਸਤਿਗੁਰੂ ਜੀ ਹਨ। 4 ਘੜੀਆਂ ਤੱਕ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ। ਫਿਰ ਸੁਜਾਨ ਸਤਿਗੁਰੂ ਜੀ ਇਕਾਂਤ ਵਿੱਚ ਚਲੇ ਗਏ। ਉੱਥੇ ਸਾਰਿਆਂ ਨੂੰ ਲੰਗਰ ਵਰਤਾਇਆ। ਸਾਰਿਆਂ ਨੇ ਮਨ ਭਾਉਂਦਾ ਭੋਜਨ ਲੈ ਕੇ ਛਕਿਆ। ਸਤਿਗੁਰੂ ਜੀ ਨੇ ਆਪਣਾ ਥਾਲ ਮੰਗਵਾਇਆ ਤੇ ਆਪਣੀ ਰੁਚੀ ਅਨੁਸਾਰ ਭੋਜਨ ਛਕਿਆ। ਪੀਣ ਲਈ ਪਾਣੀ ਦਾ ਕਟੋਰਾ ਹੱਥ ਵਿੱਚ ਫੜਿਆ ਤੇ ਫਿਰ ਮੂੰਹ ਵੱਲ ਕੀਤਾ। ਕੁਝ ਪਾਣੀ ਪੀਤਾ ਤੇ ਬਾਕੀ ਨਾਲ ਚੂਲਾ ਕੀਤਾ। ਫਿਰ ਹੱਥ ਧੋ ਕੇ ਸਤਿਗੁਰੂ ਜੀ ਬੈਠ ਗਏ। ਚੰਗੀ ਰੀਤੀ ਅਨੁਸਾਰ ਸਿਰ ਦਾ ਜੋੜਾ ਬਣਾਇਆ ਤੇ ਦਾੜੀ, ਮੁੱਛਾਂ ਅਤੇ ਕੇਸਾਂ ਨੂੰ ਸਾਫ਼ ਕੀਤਾ। ਸੂਖਮ ਵਧੀਆ ਨਵੀਂ ਦਸਤਾਰ ਲਈ, ਜਿਸ ਨੂੰ ਚਿਣ ਕੇ ਦਾਸ ਨੇੜੇ ਰੱਖ ਗਿਆ। ਜੂੜੇ ਨਾਲ ਪੱਲਾ ਅਟਕਾਇਆ। ਫਿਰ ਚਾਰੇ ਪਾਸੇ ਪੇਚ ਲਪੇਟ ਲਿਆ। ਹੌਲੀ ਹੌਲੀ ਸਾਰੇ ਪੇਚ ਲਪੇਟ ਲਏ। ਫਿਰ ਦਸਤਾਰ ਜੂੜੇ ਉੱਪਰ ਲਿਆ ਕੇ ਸੁਧਾਰੀ। ਸਾਹਮਣੇ ਸ਼ੀਸ਼ਾ ਵੇਖ ਰਹੇ ਸਨ। ਬਹੁਤ ਵਿਧੀਆਂ ਨਾਲ ਦਸਤਾਰ ਨੂੰ ਸਵਾਰਿਆ। ਫਿਰ ਖਜ਼ਾਨਚੀ ਨੇ ਜਗ੍ਹਾ ਵਿਖਾਈ, ਜਿਹੜੀ ਬਹੁਤ ਕੀਮਤ ਖਰਚ ਕੇ ਬਹੁਤ ਸੁੰਦਰ ਬਣਵਾਈ ਸੀ। ਪਗੜੀ ਦੇ ਮੱਥੇ ਉੱਪਰ ਬੰਨ੍ਹ ਕੇ ਉਸ ਨੂੰ ਸਜਾਇਆ, ਜਿਸ ਵਿੱਚ ਹੀਰਿਆਂ ਦੀਆਂ ਪੰਗਤੀਆਂ ਬਹੁਤ ਚਮਕ ਰਹੀਆਂ ਸਨ। ਹੀਰੇ ਜਵਾਹਰਾਤ ਦੀਆਂ ਜੋਤਾਂ ਜ਼ਾਹਰਾ ਤੌਰ 'ਤੇ ਚਮਕ ਰਹੀਆਂ ਸਨ। ਉਹਨਾਂ ਦੀ ਜਗਮਗ ਜਗਮਗ ਸ਼ੋਭਾ ਪ੍ਰਗਟ ਹੋ ਰਹੀ ਸੀ। ਅਨੇਕਾਂ ਰੰਗਾਂ ਦੇ ਹੀਰੇ ਜਵਾਹਰਾਤ ਲੱਗੇ ਸਨ। ਕਲਗੀ ਬਹੁਤ ਉੱਚੀ ਸਜਾਈ ਸੀ। ਜਦ ਸਿਰ ਉੱਪਰ ਝੂਲਦੀ ਹੋਈ ਹਿਲਦੀ ਸੀ ਤਾਂ ਅਨੂਠੇ ਢੰਗ ਨਾਲ ਚਮਕਾਂ ਮਾਰਦੀ ਸੀ। ਸੂਖਮ ਤੋਂ ਸੂਖਮ ਸ੍ਰੇਸ਼ਟ ਕੱਪੜੇ ਪਹਿਨੇ ਹੋਏ ਸਨ। ਪਹਿਨਿਆ ਹੋਇਆ ਜਾਮਾ ਸਰੀਰ ਉੱਪਰ ਬਹੁਤ ਚਮਕਦਾ ਅਤੇ ਸੋਹਣਾ ਲੱਗਦਾ ਸੀ। ਬਹੁਤ ਪੱਲਿਆਂ ਵਾਲਾ ਜਾਮਾ ਵਿਸ਼ਾਲ ਸਜ ਰਿਹਾ ਸੀ, ਜਿਸ ਦੀਆਂ ਸਾਰੀਆਂ ਤਣੀਆਂ ਬੰਨੀਆਂ ਹੋਈਆਂ ਹਨ ਤੇ ਢਾਲ ਲਟਕਾਈ ਹੋਈ ਹੈ। ਤਿੱਖੀ ਧਾਰ ਵਾਲੀ ਵਿਕਰਾਲ ਤਲਵਾਰ ਹੈ, ਜਿਸ ਦੀ ਸੋਨੇ ਦੀ ਮੁੱਠੀ ਨਗਾਂ ਨਾਲ ਜੜੀ ਹੋਈ ਹੈ। ਤਲਵਾਰ ਦੇ ਮਿਆਨ ਦੇ ਉੱਪਰ ਸੋਨੇ ਦਾ ਸੰਭ ਲੱਗਾ ਹੋਇਆ ਹੈ, ਜਿਸ ਨੂੰ ਕਈ ਕੁੰਡੇ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ ਤਸਮੇ ਕੱਢ ਕੇ ਤਲਵਾਰ ਪੇਟੀ ਨਾਲ ਬੰਨੀ ਹੋਈ ਹੈ। ਜ਼ਰੀਦਾਰ ਗਾਤਰਾ, ਜਿਸ ਵਿੱਚ ਵੇਲ ਬੂਟੇ ਕੱਢੇ ਹੋਏ ਹਨ। ਸਤਿਗੁਰੂ ਜੀ ਨੇ ਉਸ ਨੂੰ ਲੈ ਕੇ ਪਹਿਨਣ ਤੋਂ ਪਹਿਲਾਂ ਨਮਸਕਾਰ ਕੀਤੀ। ਪੱਥਾ ਤਿੱਖੇ ਤੀਰਾਂ ਨਾਲ ਭਰਿਆ ਹੋਇਆ ਸੀ। ਸੋਨਾ ਲੱਗਾ ਹੋਣ ਕਰਕੇ ਤੀਰ ਬੜੇ ਸੁੰਦਰ ਰੰਗ ਦੇ ਹੋ ਗਏ ਸਨ। ਬਾਣਾਂ ਨਾਲ ਕੰਕ ਦੇ ਵੱਡੇ ਵੱਡੇ ਖੰਭ ਜੜੇ ਹੋਏ ਸਨ। ਪੱਥਾ ਮਾਨੋ ਸੱਪਾਂ ਦੇ ਠਹਿਰਨ ਲਈ ਉਹਨਾਂ ਦਾ ਘਰ ਹੈ। ਪੱਥਾ ਲੈ ਕੇ ਉਸ ਸਮੇਂ ਆਪਣੇ ਗਲ ਵਿੱਚ ਪਾ ਲਿਆ। ਦੋਵੇਂ ਪਾਸੀ ਪੱਥਾ ਅਤੇ ਤਲਵਾਰ ਸ਼ੋਭ ਰਹੇ ਸਨ।
ਇੱਕ ਬਹੁਤ ਕੀਮਤੀ ਦੁਪੱਟਾ ਹੱਥ ਵਿੱਚ ਲਿਆ ਤੇ ਉਸ ਨਾਲ ਦ੍ਰਿੜ ਤਾਕਤ ਦੇ ਨਾਲ ਆਪਣੀ ਕਮਰ ਕੱਸ ਲਈ। ਬਿਛੂਆ, ਖੰਜਰ, ਬਾਂਕ, ਕਟਾਰ ਅਤੇ ਪੇਸ਼ ਕਬਜ਼ ਇਹ ਸੁਧਾਰ ਕੇ ਧਾਰਨ ਕਰ ਲਏ। ਕਮਰ ਕੱਸਾ ਚੰਗੀ ਵਿਧੀ ਨਾਲ ਬੰਨਿਆ। ਯਥਾਯੋਗ ਬਹੁਤ ਹਥਿਆਰ ਧਾਰਨ ਕਰ ਲਏ। ਬਾਹਰ ਸਿੰਘਾਸਨ ਉੱਤੇ ਸਤਿਗੁਰੂ ਜੀ ਬੈਠੇ ਹਨ। ਸਾਰਿਆਂ ਦੀਆਂ ਕਾਮਨਾ ਪੂਰੀਆਂ ਕਰ ਰਹੇ ਹਨ। ਹੱਥ ਜੋੜ ਕੇ ਸਿੱਖ ਗੁਰੂ ਜੀ ਨੂੰ ਵੰਦਨਾ ਕਰਦੇ ਸਨ। ਕਈ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਵੰਦਨਾ ਕਰਦੇ ਹਨ। ਗੁਰੂ ਜੀ ਦੇ ਸਾਰੇ ਸਿੱਖ ਗੁਰੂ ਜੀ ਦਾ ਜਸ ਉਚਾਰਨ ਕਰਦੇ ਹਨ। ਹਜ਼ਾਰਾਂ ਮਨੁੱਖ ਦਰਸ਼ਨ ਪ੍ਰਾਪਤ ਕਰਦੇ ਹਨ। ਸਤਿਗੁਰੂ ਜੀ ਸਾਰਿਆਂ ਨੂੰ ਸੁਣ ਕੇ ਕਹਿੰਦੇ ਹਨ, ਹੇ ਖਾਲਸਾ ਜੀ, ਸੁਣੋ ਅਤੇ ਸਾਵਧਾਨ ਬਣੋ। ਸੰਸਕਾਰ ਵਾਲੇ ਸਥਾਨ ਦੇ 4 ਚੁਫੇਰੇ ਭਲੀ ਪ੍ਰਕਾਰ ਕਣਾਤਾਂ ਤਾਣ ਦਿਓ, ਜਿਸ ਕਾਰਨ ਖਲੋਤੇ ਹੋਏ ਮਨੁੱਖ ਦੂਰ ਹੋ ਜਾਣ। ਸਾਰਾ ਚੰਦਨ ਅਤੇ ਬਾਲਣ ਉੱਥੇ ਲੈ ਕੇ ਪਹੁੰਚੋ ਤੇ ਉੱਥੇ ਜਾ ਕੇ ਚਿਤਾ ਬਣਾਓ। ਪਹਿਲਾਂ ਜਾ ਕੇ ਉਸ ਧਰਤੀ ਦੀ ਲਿਪਾਈ ਕਰੋ ਤੇ ਉਸ ਉੱਪਰ ਫਿਰ ਦੱਬ ਨੂੰ ਵਿਛਾ ਦਿਓ। ਫਿਰ ਉਸ ਉੱਪਰ ਚੰਦਨ ਦੀ ਚਿਤਾ ਬਣਾਓ। ਫਿਰ ਜੌਂ, ਤਿਲ, ਘਿਓ ਆਦਿ ਵਿੱਚ ਸੁੱਟੋ। ਉੱਥੇ ਜਾ ਕੇ ਸਾਰੀਆਂ ਸੁਗੰਧੀਆਂ ਧਰੋ ਤੇ ਕਿਸੇ ਦੇਰ ਤੋਂ ਬਗੈਰ ਤਿਆਰੀ ਕਰੋ। 100 'ਚ ਇਸ਼ਨਾਨ ਅਸੀਂ ਸਭ ਕੁਝ ਕੀਤਾ ਹੈ ਤੇ ਸਰੀਰ ਉੱਪਰ ਅਸੀਂ ਨਵੀਂ ਪੋਸ਼ਾਕ ਪਹਿਨ ਲਈ ਹੈ। ਤੁਸੀਂ ਹੋਰ ਕੁਝ ਕਰਨ ਦੀ ਇੱਛਾ ਨਾ ਧਾਰਨ ਕਰੋ। ਅਸੀਂ ਵਸਤਰ ਪਹਿਨ ਕੇ ਹਥਿਆਰ ਧਾਰਨ ਕਰ ਲਏ ਹਨ। ਇਹੀ ਹਥਿਆਰ ਸਾਡੇ ਨਾਲ ਰਹਿਣਗੇ। ਭਲੀ ਪ੍ਰਕਾਰ ਸਾਰੇ ਅੰਗੀਕਾਰ ਕਰ ਲਏ ਹਨ। ਆਗਿਆ ਸੁਣ ਕੇ ਕਈ ਸਿੰਘ ਚਲੇ ਗਏ ਤੇ ਉਸ ਸਥਾਨ ਦੇ 4 ਚੁਫੇਰੇ ਕਣਾਤ ਤਾਣ ਦਿੱਤੀ। ਬਹੁਤ ਕਿੱਲੇ ਠੋਕ ਕੇ ਕਣਾਤਾਂ ਰੱਸਿਆਂ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤੀਆਂ। ਅੰਦਰ ਵਾਲੇ ਸਥਾਨ ਦੀ ਲਿਪਾਈ ਕਰਕੇ ਚੰਦਨ ਦੀ ਲੱਕੜੀ ਨੂੰ ਚੁੱਕ ਕੇ ਲਿਆਏ। ਬਹੁਤ ਲੱਕੜਾਂ ਪਾ ਕੇ ਵੱਡੀ ਚਿਖਾ ਤਿਆਰ ਕੀਤੀ। ਇਸ ਪ੍ਰਕਾਰ ਬਹੁਤ ਪੱਕੀ ਚਿਖਾ ਬਣਾ ਦਿੱਤੀ। ਜਲਦੇ ਹੋਏ ਅੰਗਾਰੇ ਡਿੱਗ ਨਾ ਪੈਣ। ਲੱਕੜਾਂ ਧਰ ਕੇ ਇਸ ਪ੍ਰਕਾਰ ਚਿਖਾ ਬਣਾ ਕੇ ਲੱਕੜਾਂ ਧਰੀਆਂ। ਗੁਲਾਬ ਦੀਆਂ ਬਹੁਤ ਬੋਤਲਾਂ ਦਾ ਛਿੜਕਾਅ ਕੀਤਾ। ਕਨਾਤਾਂ ਸਹਿਤ ਗੁਲਾਬ ਨਾਲ ਭਿਜਵਾ ਦਿੱਤੀਆਂ। ਅੰਦਰ ਫੁਲੇਲ ਨੂੰ ਚਿਖਾ ਵਿੱਚ ਪਾਇਆ। ਜਿੱਥੇ ਕਿੱਥੇ ਬਹੁਤ ਮਹਿਕ ਉੱਠੀ। ਇਸ ਪ੍ਰਕਾਰ ਸਾਰੇ ਕਾਰਜ ਕਰਕੇ ਤੇ ਸਤਿਗੁਰੂ ਜੀ ਦੇ ਪਰਲੋਕ ਜਾਣ ਬਾਰੇ ਯਾਦ ਕਰਕੇ ਦੁਖੀ ਸਹਿਤ ਸੋਗੀ ਹੋ ਕੇ ਸੋਚਦੇ ਸਨ ਤੇ ਨੈਣਾਂ ਵਿੱਚੋਂ ਜਲ ਦੀਆਂ ਬੂੰਦਾਂ ਡਿੱਗਦੀਆਂ ਸਨ। ਕਿਸ ਦੇ ਆਸਰੇ ਹੁਣ ਵਾਸਾ ਕਰਾਂਗੇ? ਸਤਿਗੁਰੂ ਜੀ ਦੇ ਕਿਵੇਂ ਦਰਸ਼ਨ ਕਰਿਆ ਕਰਾਂਗੇ? ਸਾਨੂੰ ਹੁਣ ਕੌਣ ਉਪਦੇਸ਼ ਕਰੇਗਾ? ਆਪਣਾ ਦੇਸ਼ ਛੱਡ ਕੇ ਵਿਦੇਸ਼ ਵਿੱਚ ਆ ਕੇ ਰਹਿ ਰਹੇ ਹਾਂ। ਇਸ ਪ੍ਰਕਾਰ ਹਿਰਦੇ ਵਿੱਚ ਵਿਚਾਰ ਕਰਦੇ ਸਨ, ਪਰ ਆਪਣੇ ਹੱਥਾਂ ਨਾਲ ਸਾਰਾ ਕਾਰਜ ਸੁਧਾਰੀ ਜਾਂਦੇ ਸਨ। ਸਭ ਰੀਤੀਆਂ ਦੀ ਤਿਆਰੀ ਕਰਕੇ ਸਾਰੇ ਸਿੱਖ ਚੱਲ ਕੇ ਆ ਗਏ। ਹੱਥ ਜੋੜ ਕੇ ਉਹ ਭਰੇ ਹੋਏ ਗਲੇ ਨਾਲ ਅਸਪਸ਼ਟ ਆਵਾਜ਼ ਵਿੱਚ ਬੋਲਣ ਲੱਗੇ, ਸਤਿਗੁਰੂ ਜੀ ਦੀ ਜਿਵੇਂ ਆਗਿਆ ਹੋਈ ਹੈ ਅਸੀਂ ਸਾਰਿਆਂ ਨੇ ਮਿਲ ਕੇ ਉਸ ਤਰ੍ਹਾਂ ਹੀ ਕੀਤਾ ਹੈ। ਸਤਿਗੁਰੂ ਜੀ ਨੇ ਫਿਰ ਖਾਲਸੇ ਵੱਲ ਵੇਖਿਆ, ਜਿਨ੍ਹਾਂ ਦੇ ਨੈਣ ਹੰਝੂ ਵਹਾ ਰਹੇ ਸਨ। ਤਾਂ ਸਤਿਗੁਰੂ ਜੀ ਨੇ ਸੋਚਿਆ, ਮੇਰੇ ਸਰੂਪ ਦੇ ਮਹਾਂਪ੍ਰੇਮੀ ਹਨ। ਸਾਰੇ ਪਰਿਵਾਰ ਨੂੰ ਛੱਡ ਕੇ ਇੱਥੇ ਪਹੁੰਚੇ ਹਨ। ਇਹ ਵਿਧੀ ਕਰਦਿਆਂ ਸ਼ਾਮ ਹੋ ਗਈ। ਸਤਿਗੁਰੂ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤੇ। ਫਿਰ ਸਾਰੇ ਸਿੰਘਾਂ ਨੂੰ ਬੜੇ ਆਦਰ ਨਾਲ ਆਪਣੇ ਪਾਸ ਬਿਠਾਇਆ ਤੇ ਕਿਹਾ, ਹੇ ਪਿਆਰੇ, ਸੋਗ ਨਾ ਕਰੋ। ਸਥੂਲ ਸਰੀਰ ਮਿਲਦੇ ਅਤੇ ਵਿਛੜਦੇ ਰਹਿੰਦੇ ਹਨ। ਈਸ਼ਵਰ ਨੇ ਇਹ ਗੱਲ 14 ਲੋਕਾਂ ਵਿੱਚ ਨੀਯਤ ਕੀਤੀ ਹੈ। ਸਰੀਰ ਨਾਲ ਸਨੇਹ ਕਿਸੇ ਪ੍ਰਕਾਰ ਵੀ ਨਿਭ ਨਹੀਂ ਸਕਦਾ। ਰੇਤ ਦਾ ਘਰ ਜਿਵੇਂ ਨਦੀ ਦਾ ਕਿਨਾਰਾ ਹੈ। ਮੇਰੇ ਸ਼ਬਦ ਨੂੰ ਹਿਰਦੇ ਵਿੱਚ ਨਿਸ਼ਚੈ ਕਰੋ ਤੇ ਉਸ ਸ਼ਬਦ ਨੂੰ ਸਵੇਰੇ ਸ਼ਾਮ ਮਿਲੋ। ਇਹ ਸੁਣ ਕੇ ਖਾਲਸੇ ਨੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਸਾਡੇ ਸਾਰਿਆਂ ਦੇ ਮਨਾਂ ਵਿੱਚ ਕੁਝ ਗਿਣਤੀਆਂ ਹਨ। 9ਵੀਂ ਪਾਤਸ਼ਾਹੀ ਤੱਕ ਸਾਰੇ ਅੰਤ ਸਮੇਂ ਕਿਸੇ ਸਤਿਗੁਰੂ ਜੀ ਦਾ ਲੜ ਸੰਗਤ ਨੂੰ ਫੜਾ ਕੇ ਜਾਂਦੇ ਸਨ, ਫਿਰ ਸੱਚਖੰਡ ਨੂੰ ਚਲੇ ਜਾਂਦੇ ਸਨ। ਅਸੀਂ ਹੁਣ ਕਿਸ ਦੇ ਚਰਨਾਂ ਉੱਪਰ ਸਿਰ ਧਰਾਂਗੇ? ਸਾਨੂੰ ਕਿਸ ਦੇ ਆਸਰੇ ਛੱਡ ਕੇ ਚੱਲੇ ਹੋ? ਤੁਹਾਡਾ ਪੰਥ ਖਾਲਸਾ ਭਲੀ ਪ੍ਰਕਾਰ ਹੈ। ਸਤਿਗੁਰੂ ਜੀ ਨੇ ਫਿਰ ਮੁਖ ਤੋਂ ਧੀਰਜ ਦਿੱਤਾ, ਅਸੀਂ ਸਾਰੀਆਂ ਗੱਲਾਂ ਪਹਿਲਾਂ ਹੀ ਕਰ ਲਈਆਂ ਹਨ। ਗੰਢ ਅਕਾਲ ਪੁਰਖ ਤੋਂ ਪਾਈ ਹੈ, ਸੌਂਪਣਾ ਕਰਕੇ ਪੱਲਾ ਫੜਵਾਇਆ ਹੈ। ਸਦਾ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਰਹੋ। ਹੋਰ ਕਿਸੇ ਦੀ ਆਸ ਨਹੀਂ ਕਰਨੀ ਹੈ। ਇਸ ਲੋਕ ਵਿੱਚ ਸੁੱਖ ਮਿਲਦਾ ਹੈ ਅਤੇ ਪਰਲੋਕ ਵਿੱਚ ਸੰਤੋਸ਼ ਮਿਲਦਾ ਹੈ। ਸਦਾ ਹੀ ਗੁਰੂ ਦਾ ਭਰੋਸਾ ਰੱਖੋ। ਫਿਰ ਸਤਿਗੁਰੂ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਅਤੇ ਉਹਨਾਂ ਨੂੰ ਹੀ ਮੱਥਾ ਟੇਕਣਾ ਹੈ।
ਜੇ ਤੁਸੀਂ ਸਾਡੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਸਿੱਖ ਪ੍ਰੇਮ ਅਤੇ ਸ਼ਰਧਾ ਧਾਰਨ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੇਗਾ, ਉਸ ਵਿੱਚ ਹੀ ਸਾਡੇ ਦਰਸ਼ਨ ਉਸ ਨੂੰ ਪ੍ਰਾਪਤ ਹੋਇਆ ਕਰਨਗੇ। ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੋ, ਉਸ ਪ੍ਰਕਾਰ ਰਹਿਤ ਰੱਖੋ ਜਿਵੇਂ ਅਸੀਂ ਕਿਹਾ। ਸ੍ਰੇਸ਼ਟ ਰਹਿਤ ਵਾਲੇ ਜੇ 5 ਸਿੱਖ ਮਿਲਣ, ਉਹਨਾਂ 5 ਸਿੰਘਾਂ ਨੂੰ ਭਲੀ ਪ੍ਰਕਾਰ ਮੇਰਾ ਹੀ ਸਰੂਪ ਜਾਣੋ। ਜਿਹੜਾ ਉਹਨਾਂ ਨੂੰ ਭੋਜਨ ਕੱਪੜਾ ਦੇਵੇਗਾ, ਉਹ ਸਿੱਖ ਇਹ ਵਸਤਾਂ ਮੈਨੂੰ ਹੀ ਪਹੁੰਚਾ ਰਿਹਾ ਹੋਵੇਗਾ। ਉਹਨਾਂ ਤੋਂ ਸਾਰੀਆਂ ਮਨੋਕਾਮਨਾਵਾਂ ਪ੍ਰਾਪਤ ਹੋਣਗੀਆਂ। ਜਿਹੜਾ ਵੀ ਸ਼ਰਧਾ ਧਾਰਨ ਕਰਦਾ ਹੈ, ਉਸ ਦੇ ਚਿੰਤਾ ਅਤੇ ਸਾਰੇ ਦੁੱਖ ਖਤਮ ਹੋ ਜਾਂਦੇ ਹਨ। 5 ਸਿੰਘਾਂ ਵਿੱਚ ਸਦਾ ਮੇਰਾ ਵਾਸਾ ਹੋਵੇਗਾ। ਉਹ ਜਿਹੜੀ ਵੀ ਆਸ ਧਾਰਨਗੇ ਮੈਂ ਪੂਰੀ ਕਰਾਂਗਾ। ਸ਼ਸਤਰ ਵਿੱਦਿਆ ਦਾ ਅਭਿਆਸ ਕਰੋ, ਸੂਰਬੀਰ ਬਣੋ ਤੇ ਸਾਹਮਣੇ ਆਏ ਦਾ ਵਿਨਾਸ਼ ਕਰੋ। ਜਗਤ ਦੇ ਸਾਰੇ ਪਦਾਰਥ ਪਾਓ, ਆਪ ਭੋਗੋ ਤੇ ਹੋਰਨਾਂ ਨੂੰ ਵੀ ਭੁਗਾਵੋ। ਯੁੱਧ ਵਿੱਚ ਸ਼ਹੀਦ ਹੋ ਕੇ ਸੱਚਖੰਡ ਦੀ ਪ੍ਰਾਪਤੀ ਕਰੋ। ਸਹਿਕਾਮੀ ਸਾਰੇ ਸੁੱਖ ਪਾਉਣਗੇ। ਨਿਹਕਾਮੀ ਦਾ ਮੇਰੇ ਨਾਲ ਮੇਲ ਹੋਵੇਗਾ। ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਵੇਗਾ। ਇਸ਼ਨਾਨ ਕਰੋ, ਨਾਮ ਜਪੋ ਅਤੇ ਦਾਨ ਦਿਓ ਤਾਂ ਪ੍ਰੇਮ ਸਮੇਤ ਕਲਿਆਣ ਪ੍ਰਾਪਤ ਕਰੋ। ਭਵਿੱਖ ਵਿੱਚ ਖਾਲਸਾ ਪੰਥ ਬਹੁਤ ਪ੍ਰਗਟ ਹੋਵੇਗਾ। ਸਾਰੇ ਸਿੱਖ ਮਿਲ ਕੇ ਧਰਤੀ 'ਤੇ ਰਾਜ ਕਰਨਗੇ। ਦਿਨੋਂ ਦਿਨ ਤੁਰਕ ਨਾਸ਼ ਨੂੰ ਪ੍ਰਾਪਤ ਹੋਣਗੇ। ਜੋ ਬਚਣਗੇ ਉਹ ਕੰਗਾਲ ਹੋ ਕੇ ਦੁਖੀ ਹੋਣਗੇ। ਮੈਨੂੰ ਆਪਣੇ ਅੰਗ ਸੰਗ ਜਾਣੋ ਤੇ ਸਦਾ ਮੈਨੂੰ ਆਪਣਾ ਮੰਨੋ। ਸਦਾ ਗੁਰਬਾਣੀ ਦਾ ਅਭਿਆਸ ਕਰੋ ਜਾਂ ਸ਼ਸਤਰਾਂ ਦੇ ਨਾਲ ਵੈਰੀਆਂ ਦਾ ਨਾਸ਼ ਕਰੋ। 10 ਗੁਰੂ ਸਾਹਿਬਾਨਾਂ ਨੇ ਜਿਵੇਂ ਵਿਲਾਸ ਕੀਤੇ ਸਨ, ਪ੍ਰੇਮ ਧਾਰ ਕੇ ਇਹ ਸਾਰਾ ਇਤਿਹਾਸ ਸੁਣੋ। ਕਲਿਆਣ ਸਹਿਤ ਚੰਗੀ ਮੱਤ ਦਿੰਦੇ ਸਨ। ਪਾਠਕ ਅਤੇ ਸਰੋਤੇ ਸੁਖ ਪ੍ਰਾਪਤ ਕਰਦੇ ਸਨ। ਗੁਰੂ ਖਾਲਸਾ ਹੈ ਤੇ ਖਾਲਸਾ ਗੁਰੂ ਹੈ। ਹੁਣ ਐਸੀ ਵਿਧੀ ਸ਼ੁਰੂ ਹੋ ਗਈ ਹੈ। ਆਪਣੀ ਜੋਤ ਖਾਲਸੇ ਵਿੱਚ ਜਿਵੇਂ ਅਸੀਂ ਧਰੀ ਹੈ, ਸਾਰੇ ਜਗਤ ਨੇ ਇਸ ਨੂੰ ਵੇਖਿਆ ਹੈ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਜੀ ਨੇ ਸਾਰਾ ਦੁੱਖ ਦੂਰ ਕੀਤਾ। ਸਾਰਿਆਂ ਨੇ ਆਪਣੇ ਹਿਰਦਿਆਂ ਵਿੱਚ ਪ੍ਰਸੰਨਤਾ ਧਾਰਨ ਕੀਤੀ। ਗੁਰੂ ਜੀ ਦਾ ਲੰਮਾ ਦਾੜਾ ਪੇਟ ਤੱਕ ਆ ਗਿਆ ਹੈ। ਸਤਿਗੁਰੂ ਜੀ ਨੇ ਉਸ ਨੂੰ ਹੱਥਾਂ ਨਾਲ ਸੁਧਾਰਿਆ। ਅੱਗੇ ਵੱਧ ਕੇ ਭਾਵ ਹੇਠਾਂ ਨੂੰ ਆ ਕੇ ਦਾੜਾ 2 ਭਾਗਾਂ ਵਿੱਚ ਹੋ ਗਿਆ ਹੈ ਤੇ ਉਹ ਭਾਗ ਹੋਰ ਹੇਠਾਂ ਆ ਕੇ ਇੱਕ ਦੂਜੇ ਤੋਂ ਕੁਝ ਫਰਕ ਤੇ ਦਿਖਾਈ ਦਿੰਦੇ ਹਨ। ਕੋਈ ਵਾਲ ਸਫੇਦ ਹੋ ਗਿਆ। ਗੁਰੂ ਜੀ ਨੇ ਦੋਵਾਂ ਮੁੱਛਾਂ ਉੱਪਰ ਹੱਥ ਧਰਿਆ। ਇਸ ਪ੍ਰਕਾਰ ਸਤਿਗੁਰੂ ਜੀ ਆਨੰਦ ਵਿੱਚ ਬੈਠੇ ਹੋਏ ਸਨ। ਬਾਰ-ਬਾਰ ਸਿੱਖ ਦਰਸ਼ਨ ਕਰਕੇ ਬੰਦਨਾ ਕਰਦੇ ਸਨ। ਕਹਿੰਦਿਆਂ ਸੁਣਦਿਆਂ ਫਿਰ ਅੱਧੀ ਰਾਤ ਸ਼ਾਂਤ ਚਿੱਤ ਬੈਠਿਆਂ ਬੀਤ ਗਈ। ਸਤਿਗੁਰੂ ਜੀ ਦਾ ਸੱਚਖੰਡ ਆਉਣਾ ਸਮਝ ਕੇ ਬਹੁਤ ਦੇਵਤੇ ਆਪਣੇ ਭਵਨ ਛੱਡ ਕੇ ਆਏ। ਅਗਨੀ, ਇੰਦਰ, ਵਰੁਣ, ਕੁਬੇਰ ਅਤੇ ਚੰਦ ਰੂਪ ਧਾਰ ਕੇ ਆਏ। 8 ਵਸੂ ਦੇ 11 ਸ਼ਿਵ ਪੁੱਜੇ। ਵਾਯੂ ਵੀ ਆਪਣਾ ਰੂਪ ਧਾਰ ਕੇ ਆਇਆ। ਅਸਨ ਕੁਮਾਰੀ ਅਤੇ ਵਿਸ਼ਵੇ ਦੇਵਾ ਵੀ ਗੁਰੂ ਜੀ ਦੇ ਸਨਮਾਨ ਵਾਸਤੇ ਪੁੱਜੇ। ਬ੍ਰਹਮਾ, ਨਾਰਦ ਆਦਿ ਗੋਰਖ ਵੀ ਬਹੁਤ ਪ੍ਰਸੰਨ ਹੋ ਕੇ ਪਹੁੰਚੇ। ਸਾਰਿਆਂ ਨੇ ਆਕਾਸ਼ ਵਿੱਚ ਸਥਿਰਤਾ ਧਾਰਨ ਕੀਤੀ। ਹੋਰ ਵੀ ਆਏ ਜਿਹੜੇ ਭਾਰੀ ਕਰਾਮਾਤਾਂ ਵਾਲੇ ਸਨ। ਸਾਰਿਆਂ ਨੇ ਵੱਡਾ ਉਤਸਵ ਧਾਰਨ ਕੀਤਾ ਹੋਇਆ ਸੀ ਤੇ ਸਾਰੇ ਉੱਚੀ ਉੱਚੀ ਕਹਿ ਰਹੇ ਸਨ, ਜੈ ਜੈ ਸ਼੍ਰੀ ਗੁਰਦੇਵ। ਚਾਰੇ ਵੇਦ ਰੂਪ ਧਾਰ ਕੇ ਆਏ ਸਨ, ਜਿਵੇਂ ਸ਼੍ਰੀ ਕ੍ਰਿਸ਼ਨ ਜੀ ਦੇ ਪਾਸ ਗਏ ਸਨ। ਦੇਵਤਿਆਂ ਦਾ ਗੁਰੂ ਸ਼ੁਕਰ, ਗਣੇਸ਼, ਸੱਤ ਰਿਖੀ ਆਕਾਸ਼ ਵਿੱਚ ਗੁਰੂ ਤੇ ਸਿੱਖਾਂ ਨੂੰ ਵੇਖਣ ਵਾਸਤੇ ਖੜੇ ਸਨ। ਆਕਾਸ਼ ਵਿੱਚ ਕੁਝ ਕੋਲਾਹਲ ਸਹਿਤ ਪ੍ਰਕਾਸ਼ ਹੋਇਆ। ਉਹਨਾਂ ਸਿੱਖਾਂ ਨੇ ਸੁਣਿਆ ਜਿਹੜੇ ਗੁਰੂ ਜੀ ਦੇ ਪਾਸ ਖੜੇ ਸਨ। ਇੰਨੇ ਵਿੱਚ ਸ਼੍ਰੀ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ 5 ਦੋਹਰੇ ਵਿੱਚ ਉਚਾਰਨ ਕਰਕੇ ਹਰ ਹਰ ਜਨ ਦੁਈ ਏਕ ਉਚਾਰਨ ਕੀਤਾ। ਇਸ ਪ੍ਰਕਾਰ ਦੇ ਆਸ਼ੇ ਜਿਨ੍ਹਾਂ ਦੇ ਵਿੱਚ ਸਨ। ਪਹਿਲਾਂ ਭਗਉਤੀ ਦਾ ਸਿਮਰਨ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆ ਕੇ ਸੰਭਾਲਿਆ। ਫਿਰ ਇਹ ਸਾਰੀ ਪੌੜੀ ਪੜ੍ਹ ਕੇ ਸਾਰੇ ਖੜੇ ਹੋ ਗਏ ਤੇ ਫਿਰ ਅਰਦਾਸ ਉਚਾਰਨ ਕੀਤੀ। ਫਿਰ ਸਤਿਗੁਰੂ ਜੀ ਨੇ ਛੋਟੀ ਕਿਰਪਾਨ ਅਤੇ ਧਨੁਖ ਆਪਣੇ ਹੱਥ ਵਿੱਚ ਧਾਰਨ ਕੀਤਾ ਤੇ ਅਰਦਾਸ ਪੜ੍ਹ ਕੇ ਸੰਪੂਰਨ ਕੀਤੀ। ਫਿਰ ਮਖਮਲੀ ਕਮਰ ਕੱਸਾ ਲਿਆ ਤੇ ਮੋਢੇ ਉੱਪਰ ਧਨੁਖ ਟਿਕਾ ਲਈ। ਫਿਰ ਸਤਿਗੁਰੂ ਜੀ ਨੇ ਛੋਟੀ ਕਿਰਪਾਨ ਚੰਗੀ ਤਰ੍ਹਾਂ ਦਸਤਾਰ ਵਿੱਚ ਰੱਖ ਲਈ ਤੇ ਹੱਥ ਵਿੱਚ ਬੰਦੂਕ ਚੁੱਕ ਲਈ। ਕਮਰ ਕੱਸਾ ਸੰਪੂਰਨ ਕਰਕੇ ਤੇ 1.5 ਪਹਿਰ ਰਾਤ ਰਹਿੰਦੀ ਵਿਚਾਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੋਤ ਜਾਗਦੀ ਹੈ ਆਪਣੇ ਮੁਖ ਤੋਂ ਉਚਾਰਨ ਕੀਤਾ।
ਸਵੇਰੇ ਸੂਰਜ ਵੇਖ ਕੇ ਜਿਵੇਂ ਕਮਲ ਦੇ ਫੁੱਲ ਖਿੜਦੇ ਹਨ, ਉਹਨਾਂ ਵਾਂਗੂ ਗੁਰੂ ਜੀ ਦਾ ਮੁਖੜਾ ਖਿੜ ਗਿਆ, ਮਾਨੋ ਸਰਦ ਰੁੱਤ ਦੀ ਪੁੰਨਿਆ ਦਾ ਚੰਦ ਹੈ। ਆਪ ਆਨੰਦਿਤ ਸਨ ਤੇ ਹੋਰਨਾਂ ਨੂੰ ਵੀ ਆਨੰਦ ਬਖਸ਼ਦੇ ਸਨ। ਫਿਰ ਜਦ ਘੋੜਿਆਂ ਦੇ ਸੇਵਕਾਂ ਨੂੰ ਆਪਣੇ ਪਾਸ ਵੇਖਿਆ ਤਾਂ ਸਤਿਗੁਰੂ ਜੀ ਉਹਨਾਂ ਨੂੰ ਕਹਿਣ ਲੱਗੇ, ਤਬੇਲੇ ਵਿੱਚ ਜਿੰਨੇ ਵੀ ਖਾਸ ਘੋੜੇ ਹਨ, ਤੁਰੰਤ ਜਾ ਕੇ ਉਹਨਾਂ ਦੇ ਅੰਗਾਂ ਨੂੰ ਸੁਧਾਰੋ, ਕਾਠੀਆਂ ਅਤੇ ਜ਼ਰੀਆਂ ਸਾਰਿਆਂ ਉੱਪਰ ਪਾਓ ਤੇ ਬਹੁਤ ਛੇਤੀ ਉਹਨਾਂ ਨੂੰ ਤਿਆਰ ਕਰਕੇ ਰੱਖੋ। ਆਗਿਆ ਪਾ ਕੇ ਘੋੜਿਆਂ ਦੇ ਸੇਵਕ ਤੁਰੰਤ ਚਲੇ ਗਏ। ਸਾਰੇ ਘੋੜਿਆਂ ਨੂੰ ਸਰਬ ਪੱਖੋਂ ਤਿਆਰ ਕੀਤਾ, ਘੋੜਿਆਂ ਉੱਪਰ ਸੁੰਦਰ ਵਸਤਰ ਅਤੇ ਗਹਿਣੇ ਪਾਏ ਤੇ ਲਗਾਮਾਂ ਦੇ ਕੇ ਉਸ ਥਾਂ ਉੱਪਰ ਹੀ ਫਿਰ ਆਏ। ਆਪ ਸਤਿਗੁਰੂ ਜੀ ਬੜੇ ਛੇਤੀ ਉੱਥੇ ਪਹੁੰਚੇ ਜਿੱਥੇ ਬਹੁਤ ਭੀੜ ਲੱਗੀ ਹੋਈ ਸੀ। ਸਤਿਗੁਰੂ ਜੀ ਦਾ ਇਹ ਕੌਤਕ ਵੇਖ ਕੇ ਮਨ ਵਿੱਚ ਸਾਰੇ ਬਹੁਤ ਹੈਰਾਨ ਹੋ ਰਹੇ ਸਨ। ਬਹੁਤ ਮਸ਼ਾਲਾਂ ਅਤੇ ਝਾੜ ਜਗ ਰਹੇ ਸਨ। ਸਤਿਗੁਰੂ ਜੀ ਸਾਰਿਆਂ ਵਿੱਚ ਖੜੇ ਹੋ ਕੇ ਸ਼ੋਭ ਰਹੇ ਸਨ। ਕਿਸ ਦੀ ਸਮਾਨਤਾ ਕਹਾਂ। ਸਤਿਗੁਰੂ ਜੀ ਦੇ ਮੁਖ ਉੱਪਰ ਜੋਤ 4 ਗੁਣਾ ਲੱਸ ਰਹੀ ਹੈ। ਸ਼ਸਤਰਾਂ ਸਹਿਤ ਕਮਰ ਕਸਾ ਕਰਕੇ ਖੜੇ ਸਨ, ਭਲੀ ਪ੍ਰਕਾਰ ਦਰਸ਼ਨ ਦੇ ਰਹੇ ਸਨ। ਸਾਰਿਆਂ ਨੇ ਵੱਡਾ ਆਨੰਦ ਪ੍ਰਾਪਤ ਕੀਤਾ। ਕਨਾਤ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਸਨ ਤੇ ਵਿਸ਼ੇਸ਼ ਉਪਦੇਸ਼ ਦੇਣਾ ਚਾਹੁੰਦੇ ਸਨ। ਚਾਰੇ ਪਾਸੇ ਸਾਰੇ ਮਨੁੱਖ ਖੜੇ ਉਚਾਰਨ ਕਰ ਰਹੇ ਸਨ, ਧੰਨ ਧੰਨ ਸੁਖਦਾਈ ਸਤਿਗੁਰੂ ਜੀ ਹਨ। ਉਸ ਸਮੇਂ ਸਤਿਗੁਰੂ ਜੀ ਨਜ਼ਰ ਤਾਂ ਸਾਰਿਆਂ ਨੂੰ ਆ ਰਹੇ ਸਨ, ਪਰ ਨੇੜੇ ਹੋ ਕੇ ਛੋਹ ਪ੍ਰਾਪਤ ਨਹੀਂ ਸੀ ਹੋ ਸਕਦੀ। ਇਸ ਪ੍ਰਕਾਰ ਜਾਣ ਕੇ ਸਾਰੇ ਬਹੁਤ ਹੈਰਾਨ ਹੋ ਰਹੇ ਸਨ। ਸੋ ਸਾਧ ਸੰਗਤ ਜੀ, ਇੱਥੇ ਇਹ ਪ੍ਰਸੰਗ ਸਮਾਪਤ ਹੁੰਦਾ ਹੈ ਜੀ। ਅਗਲਾ ਪ੍ਰਸੰਗ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਤਦ ਤੱਕ ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।